Attention Outlook. सतनाम श्री वाहिगुरु जी। जिस प्रकार के श्री गुरु ग्रंथ ਸਾਹਿਬ ਜੀ ਦੇ 508ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਵੀਡੀਓ ਦੇ ਵਿੱਚ ਦੱਸਿਆ ਸੀ, ਰਾਗ ਗੁਜਰੀ ਦੇ ਵਿੱਚ ਅਸ਼ਟਪਦੀਆਂ ਦੇ ਅਧਿਆਏ ਦੀ ਸਮਾਪਤੀ ਆਪਾਂ ਕੀਤੀ ਸੀ। 508ਵੇਂ ਅੰਗ ਦੀ ਗੁਰਬਾਣੀ ਦੇ ਵਿੱਚੋਂ 2 ਸ਼ਲੋਕ ਛੱਡ ਦਿੱਤੇ ਸਨ ਜੋ ਕਿ ਰਾਗ ਗੁਜਰੀ ਕੀ ਵਾਰ ਦਾ ਹਿੱਸਾ ਹਨ। ਉਹਨਾਂ ਦੀ ਵਿਆਖਿਆ ਆਪਾਂ 509ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੇ ਨਾਲ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ। ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਸਮੇਂ ਦੀ ਸ਼ੁਰੂਆਤ ਦਾ ਜ਼ਿਕਰ ਕਰਦੇ ਨੇ। ਅਸੀਂ ਇਹ ਕਹਿ ਸਕਦੇ ਹਾਂ ਜਦੋਂ ਕੁਝ ਵੀ ਨਹੀਂ ਸੀ ਉਸ ਸਮੇਂ ਦਾ ਜ਼ਿਕਰ ਕਰਦੇ ਨੇ। ਸ੍ਰਿਸ਼ਟੀ ਦੀ ਉਤਪੱਤੀ ਬਾਰੇ, ਸੰਜੋਗ ਵਿਯੋਗ ਦੇ ਪੈਦਾ ਹੋਣ ਬਾਰੇ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਸੁੱਖ ਦੁੱਖ ਸੰਜੋਗ ਵਿਯੋਗ ਦੀ ਅਵਸਥਾ ਦੇ ਵਿੱਚ ਤੇ ਹਰ ਇੱਕ ਜੀਵ ਬਸਰ ਰਿਹਾ ਹੈ, ਪਰ ਗੁਰੂ ਸਾਹਿਬ ਸਾਨੂੰ ਤੁਰਿਆ ਅਵਸਥਾ ਦੇ ਬਾਰੇ 'ਚ ਵੀ ਦੱਸਦੇ ਨੇ। ਇਹ ਅਵਸਥਾ ਕਿਹੜੀ ਹੈ, ਕਿਵੇਂ ਹਾਸਲ ਹੁੰਦੀ ਹੈ, ਇਹ ਜਾਣਨ ਲਈ ਬੜੇ ਹੀ ਧਿਆਨ ਦੇ ਨਾਲ ਅੱਜ ਦੀ ਗੁਰਬਾਣੀ ਦੀ ਵਿਆਖਿਆ ਨੂੰ ਸੁਣਿਓ। ਗੁਜਰੀ ਕੀ ਵਾਰ ਜੋ ਅਧਿਆਏ ਅੱਜ ਸ਼ੁਰੂ ਕਰਨ ਲੱਗੇ ਹਾਂ, ਇਹ 508ਵੇਂ ਅੰਗ ਤੋਂ ਲੈ ਕੇ 517ਵੇਂ ਅੰਗ ਤੱਕ ਚੱਲੇਗਾ। ਸਾਰੀ ਦੀ ਸਾਰੀ ਵਾਰ ਗੁਰੂ ਅਮਰਦਾਸ ਸਾਹਿਬ ਜੀ ਦੁਆਰਾ ਲਿਖੀ ਗਈ ਹੈ। ਸਿਰਫ ਇੱਕ ਸ਼ਲੋਕ ਹੈ ਜੋ ਕਿ ਭਗਤ ਕਬੀਰ ਜੀ ਦੁਆਰਾ ਲਿਖਿਆ ਗਿਆ ਹੈ। 22 ਪੌੜੀਆਂ ਇਸ ਵਾਰ ਦੇ ਵਿੱਚ ਹਨ ਤੇ ਹਰੇਕ ਪੌੜੀ ਦੇ ਨਾਲ 2-2 ਸ਼ਲੋਕ ਹਨ। ਇੰਨੀ ਕੁ ਜਾਣਕਾਰੀ ਦੇ ਨਾਲ ਹੀ ਆਓ ਹੁਣ ਸ਼ੁਰੂਆਤ ਕਰੀਏ ਗੁਜਰੀ ਕੀ ਵਾਰ ਦੀ ਬਾਣੀ ਦੀ ਵਿਆਖਿਆ ਦੀ। ਗੁਜਰੀ ਕੀ ਵਾਰ ਮਹਿਲਾ ਤੀਜਾ। ਸਿਕੰਦਰ ਇਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਤੀਜਾ। ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੀਂ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਸਿਕੰਦਰ ਇਬਰਾਹਿਮ ਕੀ ਵਾਰ, ਇਹ ਕੀ ਹੈ ਇਹਦੇ ਬਾਰੇ ਥੋੜ੍ਹਾ ਜਿਹਾ ਜਾਣ ਲਈਏ। ਸਿਕੰਦਰ ਤੇ ਇਬਰਾਹਿਮ 2 ਭਰਾ ਸਨ। ਸਿਕੰਦਰ ਧਰਮੀ ਸੀ ਤੇ ਇਬਰਾਹਿਮ ਮੰਦਕਰਮੀ ਸੀ। ਇੱਕ ਗੱਲ ਕਲੀਅਰ ਕਰ ਦਈਏ ਕਿ ਇੱਥੇ ਜੋ ਸਿਕੰਦਰ ਦੀ ਗੱਲ ਹੋ ਰਹੀ ਹੈ ਉਹ ਸਿਕੰਦਰ ਨਹੀਂ ਜੋ ਦੁਨੀਆ ਦਾ ਵਿਜੇਤਾ ਹੋਇਆ। ਇਹ ਕੋਈ ਹੋਰ ਸਿਕੰਦਰ ਤੇ ਇਬਰਾਹਿਮ ਹੈ। ਦੋਨੋਂ ਭਰਾ ਸਨ। ਇਬਰਾਹਿਮ ਮੰਦਕਰਮੀ ਸੀ, ਸਿਕੰਦਰ ਧਰਮੀ ਸੀ। ਇੱਕ ਵਾਰ ਇਬਰਾਹਿਮ ਨੇ ਨੌਜਵਾਨ ਬ੍ਰਾਹਮਣ ਦੀ ਨਵੀਂ ਵਿਆਹੀ ਵਹੁਟੀ ਤੇ ਮਾੜੀ ਨਜ਼ਰ ਰੱਖ ਲਈ। ਬ੍ਰਾਹਮਣ ਨੇ ਸਿਕੰਦਰ ਪਾਸ ਫਰਿਆਦ ਕੀਤੀ। ਸਿਕੰਦਰ ਤੇ ਇਬਰਾਹਿਮ ਦੋਹਾਂ ਦੇ ਵਿੱਚ ਟਾਕਰਾ ਹੋਇਆ। ਇਬਰਾਹਿਮ ਫੜਿਆ ਗਿਆ। ਫਿਰ ਉਹਨੇ ਆਪਣੇ ਕੀਤੇ ਤੇ ਪਛਤਾਵਾ ਕੀਤਾ ਤੇ ਅੱਗੇ ਤੋਂ ਸੁਧਰ ਜਾਣ ਦੇ ਲਈ ਸਹੁੰ ਖਾਧੀ ਤੇ ਸਿਕੰਦਰ ਨੇ ਉਸ ਨੂੰ ਛੱਡ ਦਿੱਤਾ। ਇਸ ਵਾਕੇ ਨੂੰ ਢਾਡੀਆਂ ਨੇ ਵਾਰ ਦੇ ਰੂਪ ਵਿੱਚ ਗਾਇਆ ਹੈ। ਉਸ ਵਾਰ ਦੀ ਇੱਕ ਧੁਨੀ ਹੈ। ਉਸ ਧੁਨੀ ਦੇ ਉੱਪਰ ਗੁਜਰੀ ਕੀ ਵਾਰ ਗਾਉਣ ਦੇ ਲਈ ਗੁਰੂ ਅਮਰਦਾਸ ਸਾਹਿਬ ਸਾਨੂੰ ਆਖਦੇ ਹਨ। ਪਹਿਲੀਆਂ 2 ਪੰਕਤੀਆਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਉਸ ਧੁਨੀ ਦੇ ਵਿੱਚ ਗੁਰਬਾਣੀ ਨੂੰ ਗਾਉਣ ਦੀ, ਤੇ ਬਾਕੀ ਦੀ ਜੋ ਵਾਰ ਹੈ ਉਹ ਵੀ ਆਪਾਂ ਇਸੇ ਧੁਨੀ ਦੇ ਵਿੱਚ ਗਾਉਣ ਦੀ ਕੋਸ਼ਿਸ਼ ਕਰਾਂਗੇ। ਸਮਰੱਥਾ ਬਖਸ਼ਣ ਵਾਲਾ ਪ੍ਰਮਾਤਮਾ ਆਪ ਹੈ। ਕਿਸੇ ਵੀ ਭੁੱਲ ਚੁੱਕ ਦੇ ਲਈ ਉਸ ਪ੍ਰਮਾਤਮਾ ਦੀ ਸਾਧ ਸੰਗਤ ਦੀ ਕਚਹਿਰੀ ਦੇ ਵਿੱਚ ਬਖਸ਼ਣ ਹਾਰੇ ਹਾਂ, ਫਰਿਆਦੀ ਹਾਂ। ਆਓ ਹੁਣ ਗੁਰਬਾਣੀ ਦੀ ਵਿਆਖਿਆ ਕਰੀਏ। ਗੁਰੂ ਸਾਹਿਬ ਕਹਿੰਦੇ, ਇਹ ਜਗਤ ਮਮਤਾ ਮੁਆ, ਜੀਵਨ ਕੀ ਬਿਦ ਨਾਹੀਂ। ਇਹ ਜੋ ਜਗਤ ਹੈ, ਭਾਵ ਇਸ ਜਗਤ ਦੇ ਵਿੱਚ ਵਿਚਰਨ ਵਾਲੇ ਜਿਹੜੇ ਜੀਵ ਨੇ ਉਹ ਅਪਨੱਤ ਦੇ ਵਿੱਚ, ਮਾਇਆ ਦੇ ਮੋਹ ਵਿੱਚ ਇੰਨੇ ਫਸੇ ਹੋਏ ਨੇ ਕਿ ਉਹਨਾਂ ਨੂੰ ਅਸਲ ਜੀਵਨ ਦੀ ਜਾਂਚ ਯਾਦ ਹੀ ਨਹੀਂ ਰਹੀ। ਗੁਰ ਕੈ ਭਾਣੈ ਜੋ ਚੱਲੈ, ਤਾਂ ਜੀਵਨ ਪਦਵੀ ਪਾਹੇ। ਜੋ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦਾ ਹੈ, ਗੁਰੂ ਦੀਆਂ ਸਿੱਖਿਆਵਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਉਹ ਜੀਵਨ ਜੁਗਤ ਸਿੱਖ ਲੈਂਦਾ ਹੈ। ਓਏ ਸਦਾ ਸਦਾ ਜਨ ਜੀਵ ਤੇ, ਜੋ ਹਰ ਚਰਣੀ ਚਿਤ ਲਾਹੇ। ਨਾਨਕ ਨਦਰੀ ਮਨ ਵਸੈ,
ਗੁਰਮੁਖ ਸਹਿਜ ਸਮਾਹਿ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਚਿੱਤ ਜੋੜਦੇ ਹਨ, ਇਹ ਸਮਝ ਲਵੋ ਕਿ ਉਹ ਸਦਾ ਹੀ ਜਿਉਂਦੇ ਹਨ। ਅਸੀਂ ਚੇਤਾ ਰੱਖੀਏ, ਇਸ ਜਗਤ ਦੇ ਵਿੱਚ ਕੋਈ ਵੀ ਜੀਵ ਅਮਰ ਨਹੀਂ ਹੈ। ਗੁਰੂ ਸਾਹਿਬਾਨ ਜਿਨ੍ਹਾਂ ਨੇ ਇਹ ਗੁਰਬਾਣੀ ਲਿਖੀ ਹੈ, ਬੜੀਆਂ ਪਵਿੱਤਰ ਰੂਹਾਂ ਵਾਲੇ ਸਨ, ਪਰਮਾਤਮਾ ਦੇ ਬਹੁਤ ਨੇੜੇ ਸਨ। ਸਰੀਰਕ ਤੌਰ 'ਤੇ ਉਹ ਵੀ ਜੀਵਤ ਨਹੀਂ ਰਹੇ। ਤਾਂ ਜਦੋਂ ਗੁਰੂ ਸਾਹਿਬ ਇੱਥੇ ਕਹਿੰਦੇ ਨੇ, ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਹੇ, ਆਤਮਿਕ ਜੀਵਨ ਅਤੇ ਆਤਮਿਕ ਮੌਤ ਦੀ ਗੱਲ ਇੱਥੇ ਹੋ ਰਹੀ ਹੈ। ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਜਨਮ ਮਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਦੋ ਚੱਕਰ ਨੇ। ਇੱਕ ਤਾਂ ਉਹ ਜੋ ਆਮ ਤੌਰ 'ਤੇ ਲੋਕ ਮੰਨਦੇ ਨੇ ਕਿ ਅਸੀਂ ਮਨੁੱਖਾ ਜੀਵਨ ਭੋਗ ਕੇ ਮੌਤ ਦਾ ਸਾਹਮਣਾ ਕਰ ਲੈਂਦੇ ਹਾਂ, ਮਰ ਜਾਂਦੇ ਹਾਂ ਅਤੇ ਅਗਲੇ ਕਿਸੇ ਜੂਨੀ ਦੇ ਵਿੱਚ ਪੈ ਜਾਂਦੇ ਹਾਂ। ਦੂਸਰਾ ਜਨਮ ਮਰਨ ਦਾ ਚੱਕਰ ਇਹ ਵੀ ਹੈ ਕਿ ਜਦ ਅਸੀਂ ਖੁਸ਼ ਹਾਂ ਪੱਖੀ ਮਾਨਸਿਕ ਅਵਸਥਾ ਦੇ ਵਿੱਚ ਹਾਂ ਤਾਂ ਅਸੀਂ ਜੀਵਤ ਹਾਂ। ਜਦੋਂ ਅਸੀਂ ਦੁਖੀ ਹਾਂ, ਉਦਾਸ ਹਾਂ, ਚਿੰਤਿਤ ਹਾਂ, ਭਾਵ ਕਿ ਨਾ ਪੱਖੀ ਮਾਨਸਿਕ ਅਵਸਥਾ ਦੇ ਵਿੱਚ ਹਾਂ, ਤਾਂ ਸਮਝ ਲਓ ਕਿ ਅਸੀਂ ਮਰੇ ਹੋਏ ਹਾਂ। ਹੁਣ ਇਹ ਜੀਵਨ ਮਰਨ ਦਾ ਜੋ ਚੱਕਰ ਹੈ ਮਾਨਸਿਕ ਅਵਸਥਾ ਵਾਲਾ, ਇਹ ਅਸੀਂ ਇੱਕ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਵਾਰ ਭੋਗਦੇ ਹਾਂ। ਅਤੇ ਇਸ ਮਾਨਸਿਕ ਅਵਸਥਾ ਵਾਲੇ ਜੀਵਨ ਚੱਕਰ ਦਾ ਹੀ ਇਹਨਾਂ ਪੰਕਤੀਆਂ ਦੇ ਵਿੱਚ ਜ਼ਿਕਰ ਜਾਣੀਏ ਕਿ ਓਏ ਸਦਾ ਸਦਾ ਜਨ ਜੀਵਤੇ, ਜੋ ਹਰ ਚਰਣੀ ਚਿਤ ਲਾਏ। ਜਿਨ੍ਹਾਂ ਦਾ ਚਿੱਤ ਪ੍ਰਭੂ ਦੇ ਚਰਨਾਂ ਵਿੱਚ ਜੁੜ ਜਾਵੇ, ਉਹ ਸਦਾ ਹੀ ਜੀਵਤ ਨੇ, ਸਦਾ ਹੀ ਹਾਂ ਪੱਖੀ ਮਾਨਸਿਕ ਅਵਸਥਾ ਦੇ ਵਿੱਚ ਨੇ। ਉਹ ਵਿਯੋਗ ਦੇ ਵਿੱਚ ਨਹੀਂ ਜਾਂਦੇ, ਦੁੱਖ ਦੇ ਵਿੱਚ ਨਹੀਂ ਜਾਂਦੇ, ਚਿੰਤਾ ਦੇ ਵਿੱਚ ਨਹੀਂ ਜਾਂਦੇ। ਕਿਉਂਕਿ ਸਰੀਰਕ ਤੌਰ 'ਤੇ ਸਦਾ ਦੇ ਲਈ ਜੀਵਤ ਰਹਿਣਾ ਅਸੰਭਵ ਹੈ। ਅੱਜ ਦੀ ਘੜੀ, ਭਵਿੱਖ ਦੇ ਵਿੱਚ ਪਰਮਾਤਮਾ ਦਾ ਕੀ ਪਲਾਨ ਹੈ ਕੋਈ ਨਹੀਂ ਜਾਣਦਾ, ਪਰ ਅੱਜ ਦੀ ਘੜੀ ਸਦਾ ਦੇ ਲਈ ਸਰੀਰਕ ਤੌਰ 'ਤੇ ਜੀਵਤ ਰਹਿਣਾ ਅਸੰਭਵ ਹੈ। ਨਾਨਕ ਨਦਰੀ ਮਨ ਵਸੈ, ਗੁਰਮੁਖ ਸਹਿਜ ਸਮਾਹੇ। ਹੇ ਨਾਨਕ, ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿੱਚ ਆ ਵਸਦਾ ਹੈ ਅਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਪੜਦੇ ਨੇ ਜਿੱਥੇ ਪਦਾਰਥਾਂ ਵੱਲ ਮਨ ਨਹੀਂ ਡੋਲਦਾ। ਗੁਰਮੁਖ ਸਹਿਜ ਸਮਾਹੀ। ਮਹਿਲਾ ਤੀਜਾ। ਅੰਦਰ ਸਹਿਸਾ ਦੁਖ ਹੈ, ਆਪੈ ਸਿਰ ਧੰਦੈ ਮਾਰ। ਦੂਜੈ ਪਾਏ ਸੁਤੇ, ਕਬਹਿ ਨਾ ਜਾਗੈ। ਮਾਇਆ ਮੋਹ ਪਿਆਰ। ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਡੁੱਬੇ ਨੇ, ਮਾਇਆ ਦੇ ਪ੍ਰੇਮ ਵਿੱਚ ਡੁੱਬੇ ਨੇ, ਮਾਇਆ ਦੇ ਮੋਹ ਵਿੱਚ ਮਸਤ ਹੋਏ ਨੇ, ਉਹ ਇਸ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ। ਦੂਜੈ ਭਾਏ ਸੁੱਤੇ, ਕਬਹਿ ਨਾ ਜਾਗੈ। ਮਾਇਆ ਮੋਹ ਪਿਆਰ। ਅਤੇ ਇਸ ਮਾਇਆ ਮੋਹ ਪਿਆਰ ਦੇ ਕਾਰਨ, ਮਾਇਆ ਦੀ ਨੀਂਦ ਸੁੱਤੇ ਹੋਣ ਦੇ ਕਾਰਨ ਅੰਦਰ ਸਹਿਸਾ ਦੁੱਖ ਹੈ, ਆਪੈ ਸਿਰ ਧੰਦਾ ਮਾਰ। ਉਹਨਾਂ ਦੇ ਮਨ ਵਿੱਚ ਤੌਖਲਾ ਅਤੇ ਕਲੇਸ਼ ਟਿਕਿਆ ਰਹਿੰਦਾ ਹੈ। ਉਹਨਾਂ ਨੇ ਦੁਨੀਆ ਦੇ ਝਮੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉੱਤੇ ਆਪ ਸਹੇੜਿਆ ਹੋਇਆ ਹੈ। ਨਾਮ ਨਾ ਚੇਤੈ, ਸ਼ਬਦ ਨਾ ਵਿਚਾਰ। ਇਹੋ ਮਨ ਮੁਖ ਕਾ ਆਚਾਰ। ਹਰ ਨਾਮ ਨਾ ਪਾਇਆ, ਜਨਮ ਬਿਰਥਾ ਗਵਾਇਆ। ਨਾਨਕ ਜਮ ਮਾਰ ਕਰੇ ਖੁਆਰ। ਨਾਮ ਨਾ ਚੇਤੈ, ਸ਼ਬਦ ਨਾ ਵਿਚਾਰੈ। ਇਹੋ ਮਨਮੁਖ ਕਾ ਆਚਾਰ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ, ਆਚਾਰ ਇਹ ਹੈ ਕਿ ਉਹ ਕਦੇ ਗੁਰੂ ਸ਼ਬਦ ਨਹੀਂ ਵਿਚਾਰਦੇ, ਕਦੇ ਪ੍ਰਮਾਤਮਾ ਦਾ ਨਾਮ ਆਪਣੇ ਚੇਤੇ ਦੇ ਵਿੱਚ ਲੈ ਕੇ ਨਹੀਂ ਆਉਂਦੇ। ਇਹਨਾਂ ਕਾਰਨਾਂ ਕਰਕੇ ਉਹ ਆਪਣਾ ਜਨਮ ਅਜਾਈਂ ਗਵਾਉਂਦੇ ਨੇ। ਜਮ ਉਹਨਾਂ ਨੂੰ ਮਾਰ ਕੇ ਖੁਆਰ ਕਰਦਾ ਹੈ, ਭਾਵ ਕਿ ਮੌਤ ਦਾ ਸਹਿਮ ਸਦਾ ਉਹਨਾਂ ਨੂੰ ਬਣਿਆ ਰਹਿੰਦਾ ਹੈ। ਪੌੜੀ। ਆਪਣਾ ਆਪ ਉਪਾਇਓਨ, ਤਦੋਂ ਹੋਰ ਨਾ ਕੋਈ। ਮਤਾ ਮਸੂਰਤ ਆਪ ਕਰੇ, ਜੋ ਕਰੇ ਸੋ ਹੋਇ। ਉਸ ਸਮੇਂ ਦਾ ਜ਼ਿਕਰ ਜਦੋਂ ਕੁਝ ਵੀ ਨਹੀਂ ਸੀ, ਉਸ ਪਰਮਾਤਮਾ ਨੇ ਆਪਣਾ ਆਪ ਹੀ ਪੈਦਾ ਕੀਤਾ। ਆਪਣਾ ਆਪ ਉਪਾਇਓਨ।
ਤਦੋਂ ਹੋਰ ਨਾ ਕੋਈ, ਉਸ ਵਕਤ ਹੋਰ ਕੋਈ ਦੂਜਾ ਹੈ ਹੀ ਨਹੀਂ ਸੀ। ਮਤਾ ਮਸੂਰਤ ਆਪ ਕਰੇ, ਉਹ ਪ੍ਰਮਾਤਮਾ ਸਲਾਹ ਮਸ਼ਵਰਾ ਵੀ ਆਪ ਹੀ ਕਰਦਾ ਸੀ। ਜੋ ਕਰੇ ਸੋ ਹੋਏ, ਜੋ ਉਹ ਪ੍ਰਮਾਤਮਾ ਕਰਦਾ ਸੀ ਉਹੀ ਹੁੰਦਾ ਸੀ। ਤਦੋਂ ਆਕਾਸ਼ ਨਾ ਪਾਤਾਲ ਹੈ, ਨਾ ਤ੍ਰੈਲੋਈ, ਤਦੋਂ ਆਪੇ ਆਪ ਨਿਰੰਕਾਰ ਹੈ, ਨਾ ਓਪਤ ਹੋਈ। ਉਸ ਵੇਲੇ ਨਾ ਆਕਾਸ਼ ਸੀ, ਨਾ ਪਤਾਲ ਸੀ, ਨਾ ਹੀ ਤ੍ਰੈ ਲੋਕ ਸਨ। ਕੋਈ ਉਤਪੱਤੀ ਹਜੇ ਹੋਈ ਨਹੀਂ ਸੀ। ਆਕਾਰ ਰਹਿਤ ਪ੍ਰਮਾਤਮਾ ਆਪ ਹੀ ਆਪ ਸੀ। ਜਿਉ ਤਿਸ ਭਾਵੈ ਤਿਵੈ ਕਰੇ, ਤਿਸ ਬਿਨ ਅਵਰ ਨਾ ਕੋਈ। ਉਸ ਪ੍ਰਭੂ ਨੂੰ ਜੋ ਭਾਉਂਦਾ ਹੈ ਉਹ ਪ੍ਰਭੂ ਉਹੀ ਕਰਦਾ ਹੈ। ਉਸ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਇਸ ਸ੍ਰਿਸ਼ਟੀ ਦੇ ਵਸ਼ਿੰਦਿਆਂ ਨੂੰ ਅਕਲ ਵਿਚਾਰ ਦੇਣ ਵਾਲਾ। ਸ਼ਲੋਕ ਮਹਿਲਾ ਤੀਜਾ। ਸਾਹਿਬ ਮੇਰਾ ਸਦਾ ਹੈ, ਦਿਸੈ ਸ਼ਬਦ ਕਮਾਏ, ਉਹ ਔਹਾਣੀ ਕਦੇ ਨਾਹੀਂ, ਨਾ ਆਵੈ ਨਾ ਜਾਏ। ਗੁਰੂ ਸਾਹਿਬ ਕਹਿੰਦੇ ਮੇਰਾ ਪ੍ਰਭੂ ਸਦਾ ਮੌਜੂਦ ਹੈ, ਪਰ ਦਿਸਦਾ ਹੈ ਸ਼ਬਦ ਕਮਾਇਆ। ਉਹ ਔਹਾਣੀ ਕਦੇ ਨਾਹੀਂ, ਔਹਾਣੀ ਤੋਂ ਭਾਵ ਨਾਸ ਹੋਣ ਵਾਲਾ, ਪਰ ਪ੍ਰਮਾਤਮਾ ਦੇ ਕੇਸ ਦੇ ਵਿੱਚ ਉਹ ਔਹਾਣੀ ਕਦੇ ਨਾਹੀਂ, ਭਾਵ ਕਿ ਪ੍ਰਮਾਤਮਾ ਕਦੇ ਵੀ ਨਾਸ ਹੋਣ ਵਾਲਾ ਨਹੀਂ। ਨਾ ਆਵੈ ਨਾ ਜਾਏ, ਨਾ ਤੇ ਉਹ ਜੰਮਦਾ ਹੈ ਤੇ ਨਾ ਹੀ ਮਰਦਾ ਹੈ। ਸਦਾ ਸਦਾ ਸੋ ਸੇਵੀਐ, ਜੋ ਸਭ ਮਹਿ ਰਹੈ ਸਮਾਏ, ਅਵਰ ਦੂਜਾ ਕਿਉ ਸੇਵੀਐ, ਜੰਮੈ ਤੈ ਮਰ ਜਾਏ। ਉਹ ਪ੍ਰਮਾਤਮਾ ਤੇ ਸਦਾ ਮੌਜੂਦ ਹੈ, ਸਭਨਾਂ ਦੇ ਵਿੱਚ ਮੌਜੂਦ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸਦਾ ਸਦਾ ਸੋ ਸੇਵੀ ਹੈ, ਕਿ ਅਸੀਂ ਸਦਾ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ ਜੋ ਸਭ ਮਹਿ ਰਹੈ ਸਮਾਏ, ਜੋ ਸਾਰਿਆਂ ਦੇ ਵਿੱਚ ਮੌਜੂਦ ਹੈ। ਅਵਰ ਦੂਜਾ ਕਿਉਂ ਸੇਵੀ ਹੈ, ਜੰਮੈ ਤੈ ਮਰ ਜਾਏ। ਹੋਰ ਦੂਜੇ ਦੀ ਭਗਤੀ ਅਸੀਂ ਕਿਉਂ ਕਰੀਏ ਜਿਹੜਾ ਜੰਮਦਾ ਹੈ ਤੇ ਮਰ ਜਾਂਦਾ ਹੈ। ਇੱਕ ਬਹੁਤ ਵੱਡਾ ਸੰਦੇਸ਼ ਹੈ ਸਾਡੇ ਸਭਨਾਂ ਦੇ ਲਈ ਕਿ ਅਸੀਂ ਦੁਨਿਆਵੀ ਗੁਰੂਆਂ ਦੀ, ਜਿਹੜੇ ਅੱਜ ਕੱਲ੍ਹ ਗੁਰੂ ਬਣੇ ਹੋਏ ਨੇ, ਭਗਤ ਬਣੇ ਹੋਏ ਨੇ, ਬਾਬੇ ਬਣੇ ਹੋਏ ਨੇ, ਸਾਧ ਬਣੇ ਹੋਏ ਨੇ, ਸੰਤ ਬਣੇ ਹੋਏ ਨੇ, ਅਸੀਂ ਉਹਨਾਂ ਦੁਨਿਆਵੀ ਮਨੁੱਖਾਂ ਦੀ ਸੇਵਾ ਭਗਤੀ ਨਾ ਕਰੀਏ। ਉਹ ਜੰਮਣ ਮਰਨ ਦੇ ਅਧੀਨ ਨੇ। ਭਗਤੀ ਕਰਨੀ ਹੈ ਤੇ ਉਸ ਪ੍ਰਮਾਤਮਾ ਦੀ ਕਰੀਏ ਜੋ ਇਸ ਜਨਮ ਮਰਨ ਦੇ ਚੱਕਰ ਤੋਂ ਬਾਹਰ ਹੈ, ਜੋ ਕਦੇ ਜੰਮਦਾ ਨਹੀਂ ਕਦੇ ਮਰਦਾ ਨਹੀਂ। ਉਹ ਦੁਨਿਆਵੀ ਮਨੁੱਖ, ਉਹਨਾਂ ਦੀ ਇੱਕ ਹਸਤੀ ਹੈ, ਉਹ ਇੱਕ ਸਮੇਂ 'ਤੇ ਇੱਕ ਥਾਂ 'ਤੇ ਹੋ ਸਕਦੇ ਨੇ, ਪਰ ਪ੍ਰਮਾਤਮਾ ਇਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਮੌਜੂਦ ਹੈ। ਉਹ ਤਾਂ ਇੱਕ ਹੀ ਸਮੇਂ 'ਤੇ ਸਭ ਥਾਂ ਮੌਜੂਦ ਹੈ। ਅਸੀਂ ਉਹਦੀ ਭਗਤੀ ਕਰੀਏ, ਦੁਨਿਆਵੀ ਮਨੁੱਖਾਂ ਦੀ, ਵਸਤੂਆਂ ਦੀ, ਬੁੱਤਾਂ ਦੀ ਭਗਤੀ ਨਾ ਕਰੀਏ। ਨਿਹਫਲ ਤਿਨ ਕਾ ਜੀਵਿਆ, ਜੇ ਖਸਮ ਨਾ ਜਾਣੈ ਆਪਣਾ, ਅਵਰੀ ਕਉ ਚਿਤ ਲਾਇ, ਨਾਨਕ ਏਵ ਨਾ ਜਾਪਈ, ਕਰਤਾ ਕੀਤੀ ਦੇ ਸਜਾਏ। ਗੁਰੂ ਸਾਹਿਬ ਕਹਿੰਦੇ ਉਹਨਾਂ ਮਨੁੱਖਾਂ ਦਾ ਜਿਉਣਾ ਵਿਅਰਥ ਹੈ ਜੋ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਵਿੱਚ ਚਿੱਤ ਲਾ ਕੇ ਆਪਣੇ ਖਸਮ ਪ੍ਰਭੂ ਨੂੰ ਨਹੀਂ ਪਛਾਣਦੇ। ਨਿਹਫਲ ਤਿਨ ਕਾ ਜੀਵਿਆ, ਜੇ ਖਸਮ ਨਾ ਜਾਣੈ ਆਪਣਾ, ਅਵਰੀ ਕਉ ਚਿੱਤ ਲਾਏ। ਕਹਿੰਦੇ ਅਜਿਹੇ ਬੰਦਿਆਂ ਨੂੰ ਹੇ ਨਾਨਕ ਕਰਤਾਰ ਕਿਤਨੀ ਕੁ ਸਜ਼ਾ ਦਿੰਦਾ ਹੈ, ਅਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ। ਪਰ ਗੁਰੂ ਸਾਹਿਬ ਇਹ ਜ਼ਰੂਰ ਦੱਸ ਜਾਂਦੇ ਨੇ ਕਿ ਅਜਿਹੇ ਬੰਦਿਆਂ ਨੂੰ ਸਜ਼ਾ ਮਿਲਦੀ ਜ਼ਰੂਰ ਹੈ। ਉਹ ਸਜ਼ਾ ਮਾਨਸਿਕ ਹੁੰਦੀ ਹੈ, ਆਤਮਿਕ ਹੁੰਦੀ ਹੈ। ਜੋ ਸਾਨੂੰ ਦਿਸ ਸਕਦਾ ਹੈ ਉਹ ਸਰੀਰਕ ਦਿਸ ਸਕਦਾ ਹੈ। ਇਸੇ ਕਰਕੇ ਕਈ ਵਾਰ ਜੋ ਮਨਮੁਖ ਹਨ ਉਹ ਪ੍ਰਮਾਤਮਾ ਦੇ ਨਿਆਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਅਵਸਥਾ ਜਿਹੜੀ ਉਸ ਪ੍ਰਕਾਰ ਦੀ ਹੈ ਕਿ ਉਹ ਸਿਰਫ ਸਰੀਰਕ ਹੀ ਦੇਖ ਸਕਦੇ ਨੇ। ਅਤੇ ਉਹ ਦੇਖਦੇ ਨੇ ਕਿ ਸਰੀਰਕ ਤੌਰ 'ਤੇ ਮਨੁੱਖ ਜੋ ਸ਼ਾਇਦ ਸਜ਼ਾ ਦਾ ਭਾਗੀ ਹੈ,
ਪਰ ਸਰੀਰਕ ਤੌਰ 'ਤੇ ਬੜਾ ਪ੍ਰਫੁੱਲਤ ਹੈ, ਆਨੰਦਮਈ ਜੀਵਨ ਜਿਉ ਰਿਹਾ ਹੈ। ਪਰ ਜੋ ਪ੍ਰਮਾਤਮਾ ਦੇ ਭਗਤ ਨੇ ਉਹ ਜਾਣਦੇ ਨੇ ਕਿ ਪ੍ਰਭੂ ਦਾ ਨਿਆਂ ਮਾਨਸਿਕ ਆਤਮਿਕ ਹੈ। ਸਾਨੂੰ ਦਿਖਦਾ ਬੇਸ਼ੱਕ ਨਾ ਹੋਵੇ, ਪਰ ਉਹਦਾ ਨਿਆਂ ਹੁੰਦਾ ਜ਼ਰੂਰ ਹੈ। ਜੋ ਸਰੀਰਕ ਤੌਰ 'ਤੇ ਆਨੰਦਮਈ ਹੈ, ਉਹ ਮਾਨਸਿਕ ਤੌਰ 'ਤੇ ਆਤਮਿਕ ਤੌਰ 'ਤੇ ਕਿੰਨੀ ਕੁ ਪੀੜਾ ਦੇ ਵਿੱਚ ਹੈ, ਅਸੀਂ ਇਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ। ਅਤੇ ਕਿਉਂਕਿ ਜ਼ਿਆਦਾ ਕਰਕੇ ਅਸੀਂ ਕਿਸੇ ਦੀ ਆਨੰਦਮਈ ਅਵਸਥਾ ਦਾ ਅੰਦਾਜ਼ਾ ਉਹਦੇ ਮਾਇਕ ਵਸੀਲਿਆਂ ਤੋਂ ਲਾਉਂਦੇ ਹਾਂ, ਅਤੇ ਮਾਇਕ ਵਸੀਲਿਆਂ ਦੇ ਵਿੱਚ ਵਿਚਰਨ ਵਾਲਾ ਮਨੁੱਖ ਕਿੰਨਾ ਕੁ ਖੁਸ਼ ਹੁੰਦਾ ਹੈ, ਆਨੰਦਮਈ ਹੁੰਦਾ ਹੈ, ਇਸ ਗੱਲ ਦਾ ਜ਼ਿਕਰ ਵੀ ਗੁਰੂ ਸਾਹਿਬ ਅੱਜ ਦੇ ਹੀ ਅੰਗ ਦੀ ਗੁਰਬਾਣੀ ਦੇ ਵਿੱਚ ਅੱਗੇ ਚੱਲ ਕੇ ਕਰਦੇ ਹਨ। ਮਹਿਲਾ ਤੀਜਾ, ਸੱਚਾ ਨਾਮ ਧਿਆਈਐ ਸਵੋ ਵਰਤੈ ਸੱਚ, ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾਂ ਫਲ ਪਾਵੈ ਸੱਚ। ਜੋ ਸਦਾ ਥਿਰ ਪ੍ਰਭੂ ਹਰ ਥਾਂ ਵਸਦਾ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ, ਜੇ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝੇ ਤਾਂ ਉਸ ਦੀ ਹਜ਼ੂਰੀ ਵਿੱਚ ਕਬੂਲ ਹੁੰਦਾ ਹੈ, ਅਤੇ ਪ੍ਰਭੂ ਦੇ ਦਰ 'ਤੇ ਪ੍ਰਵਾਨਗੀ ਰੂਪ ਸਦਾ ਟਿਕੇ ਰਹਿਣ ਵਾਲਾ ਫਲ ਪ੍ਰਾਪਤ ਕਰਦਾ ਹੈ। ਤਾਂ ਫਲ ਪਾਵੈ ਸੱਚ, ਉਹ ਫਲ ਜੋ ਸਦਾ ਟਿਕਿਆ ਰਹਿੰਦਾ ਹੈ। ਕਥਨੀ ਬਦਨੀ ਕਰਤਾ ਫਿਰੈ, ਹੁਕਮੈ ਮੂਲ ਨਾ ਬੁਝਈ, ਅੰਧਾ ਕੱਚ ਨਿਕੱਚ। ਪਰ ਜੋ ਮਨੁੱਖ ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਹੈ, ਪ੍ਰਭੂ ਦੀ ਰਜ਼ਾ ਨੂੰ ਉੱਕਾ ਸਮਝਦਾ ਨਹੀਂ, ਉਹ ਅੰਨਾ ਹੈ ਅਤੇ ਨਿਰੀਆਂ ਕੱਚੀਆਂ ਗੱਲਾਂ ਕਰਨ ਵਾਲਾ ਹੀ ਹੈ। ਅਤੇ ਬਹੁਤੇ ਅਖੌਤੀ ਸੰਤਾਂ ਸਾਧਾਂ ਦੀ ਅੱਜ ਦੇ ਯੁੱਗ ਦੇ ਵਿੱਚ ਇਹੀ ਹਾਲਤ ਹੈ। ਇਹ ਹੁਣੇ ਆਪਾਂ 2 ਸ਼ਲੋਕ ਪੜ੍ਹੇ ਨੇ। ਇਹਨਾਂ ਸ਼ਲੋਕਾਂ ਤੋਂ ਪਹਿਲਾਂ ਜੋ ਪੌੜੀ ਪੜ੍ਹੀ ਸੀ, ਉਸ ਦੇ ਵਿੱਚ ਗੁਰੂ ਸਾਹਿਬ ਸ੍ਰਿਸ਼ਟੀ ਦੀ ਰਚਨਾ ਦਾ ਜ਼ਿਕਰ ਕਰਦੇ ਸਨ। ਉਸੇ ਹੀ ਗੱਲ ਨੂੰ ਇਸ ਅਗਲੀ ਪੌੜੀ ਦੇ ਵਿੱਚ ਅੱਗੇ ਜਾਰੀ ਰੱਖਦੇ ਨੇ। ਪੌੜੀ, ਸੰਜੋਗ ਵਿਜੋਗ ਉਪਾਇਓਨ, ਸ੍ਰਿਸ਼ਟੀ ਕਾ ਮੂਲ ਰਚਾਇਆ, ਹੁਕਮੀ ਸ੍ਰਿਸ਼ਟ ਸਾਜੀਅਨ, ਜੋਤੀ ਜੋਤ ਮਿਲਾਇਆ। ਪਹਿਲੋਂ ਕੁਝ ਵੀ ਨਹੀਂ ਸੀ, ਪ੍ਰਮਾਤਮਾ ਆਪ ਹੀ ਆਪ ਸੀ। ਫਿਰ ਉਸ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ। ਉਸ ਸ੍ਰਿਸ਼ਟੀ ਦੇ ਵਿੱਚ ਫਿਰ ਸੰਜੋਗ ਅਤੇ ਵਿਜੋਗ ਰੂਪ ਨੇਮ ਬਣਾਇਆ। ਹੁਣ ਇੱਥੋਂ ਹੀ ਸਾਰੀ ਦਵਾਇਤ ਸ਼ੁਰੂ ਹੋ ਜਾਂਦੀ ਹੈ। ਸੰਜੋਗ ਹੈ ਅਤੇ ਵਿਜੋਗ ਵੀ ਹੈ, ਸੁੱਖ ਹੈ ਅਤੇ ਦੁੱਖ ਵੀ ਹੈ, ਆਨੰਦ ਹੈ ਤਾਂ ਪੀੜਾ ਵੀ ਹੈ। ਹਰ ਇੱਕ ਮਾਨਸਿਕ ਅਵਸਥਾ ਦਾ ਹਾਂ ਪੱਖੀ ਅਤੇ ਨਾ ਪੱਖੀ ਰੂਪ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਬਾਅਦ ਉਸ ਪ੍ਰਮਾਤਮਾ ਨੇ ਸੰਜੋਗ ਅਤੇ ਵਿਜੋਗ ਰੂਪ ਨੇਮ ਬਣਾਇਆ, ਜਗਤ ਰਚਨਾ ਦਾ ਮੁੱਢ ਬੰਨ੍ਹ ਦਿੱਤਾ। ਸ੍ਰਿਸ਼ਟੀ ਕਾ ਮੂਲ ਰਚਾਇਆ, ਹੁਕਮੀ ਸ੍ਰਿਸ਼ਟ ਸਾਜੀਅਨ, ਜੋਤੀ ਜੋਤ ਮਿਲਾਇਆ। ਆਪਣੇ ਹੁਕਮ ਦੇ ਵਿੱਚ ਉਸ ਪ੍ਰਮਾਤਮਾ ਨੇ ਸ੍ਰਿਸ਼ਟੀ ਸਾਜੀ ਅਤੇ ਜੀਵਾਂ ਦੀ ਆਤਮਾ ਦੇ ਵਿੱਚ ਆਪਣੀ ਜੋਤ ਰਲਾਈ। ਜੋਤੀ ਹੂੰ ਸਭ ਚਾਨਣਾ, ਸਤਿਗੁਰ ਸ਼ਬਦ ਸੁਣਾਇਆ, ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਗੁਣ, ਸਿਰ ਧੰਦਾ ਲਾਇਆ। ਇਹ ਸਾਰਾ ਪ੍ਰਕਾਸ਼ ਪ੍ਰਭੂ ਦੀ ਜੋਤ ਤੋਂ ਹੀ ਹੋਇਆ ਹੈ। ਇਹ ਬਚਨ ਸਤਿਗੁਰੂ ਨੇ ਸੁਣਾਇਆ ਹੈ। ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਪੈਦਾ ਕਰਕੇ ਉਹਨਾਂ ਨੂੰ ਤਿੰਨਾਂ ਗੁਣਾਂ ਦੇ ਧੰਦੇ ਵਿੱਚ ਉਸ ਪ੍ਰਮਾਤਮਾ ਨੇ ਪਾਇਆ। ਮਾਇਆ ਕਾ ਮੂਲ ਰਚਾਇਓਨ, ਤੁਰਿਆ ਸੁਖ ਪਾਇਆ। ਪ੍ਰਮਾਤਮਾ ਨੇ ਸੰਜੋਗ ਵਿਜੋਗ ਰੂਪ ਮਾਇਆ ਦਾ ਮੁੱਢ ਰਚ ਦਿੱਤਾ। ਇਸ ਮਾਇਆ ਵਿੱਚ ਰਹਿ ਕੇ ਸੁਖ ਉਸ ਵਿਅਕਤੀ ਨੇ, ਉਸ ਇਨਸਾਨ ਨੇ ਲੱਭਾ ਜੋ ਤੁਰਿਆ ਅਵਸਥਾ ਦੇ ਵਿੱਚ ਅਪੜਿਆ। ਹੁਣ ਇਸ ਤੁਰਿਆ ਅਵਸਥਾ ਬਾਰੇ ਗੱਲ ਕਰਦੇ ਹਾਂ। ਭਾਰਤੀ ਚਿੰਤਨ ਅਨੁਸਾਰ, ਜਾਂ ਕਹਿ ਲਈਏ ਕਿ ਭਾਰਤੀ ਫਿਲਾਸਫੀ ਅਨੁਸਾਰ, ਮਨ ਦੀਆਂ ਅਵਸਥਾਵਾਂ ਨੂੰ ਸਿਆਣਿਆਂ ਨੇ 4 ਵਰਗਾਂ ਦੇ ਵਿੱਚ ਵੰਡਿਆ ਹੈ। 4 ਅਵਸਥਾਵਾਂ ਨਿਰਧਾਰਿਤ ਕੀਤੀਆਂ ਨੇ। ਇੱਕ ਹੈ ਜਾਗਰਤ ਅਵਸਥਾ, ਦੂਜੀ ਹੈ ਸੁਪਨ ਅਵਸਥਾ, ਤੀਸਰੀ ਸੁਖੋਪਤ ਅਵਸਥਾ ਅਤੇ ਚੌਥੀ ਤੁਰਿਆ ਅਵਸਥਾ। ਜਾਗਰਤ ਅਵਸਥਾ ਆਮ ਤੌਰ 'ਤੇ ਸਾਡੀ ਦਿਨ ਭਰ ਦੀ ਅਵਸਥਾ, ਜਦੋਂ ਅਸੀਂ ਜਾਗਦੇ ਹਾਂ, ਆਪਣੇ ਕੰਮਾਂ ਧੰਦਿਆਂ ਦੇ ਵਿੱਚ ਲੱਗੇ ਹਾਂ। ਸੁਪਨ ਅਵਸਥਾ ਨੀਂਦ ਦੇ ਵਿਚਲੀ ਉਹ ਅਵਸਥਾ ਜਦੋਂ ਅਸੀਂ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਸੁਪਨਾ ਲੈ ਰਹੇ ਹਾਂ।
ਸੁਖੋਪਤ ਅਵਸਥਾ ਵੀ ਨੀਂਦ ਦੀ ਹੀ ਅਵਸਥਾ ਹੈ, ਪਰ ਉਹ ਵੇਲਾ ਜਦੋਂ ਅਸੀਂ ਕੋਈ ਸੁਪਨਾ ਨਹੀਂ ਲੈ ਰਹੇ। ਤੇ ਤੁਰਿਆ ਅਵਸਥਾ ਜਾਗਰਤ ਮਨ ਦੀ ਅਵਸਥਾ ਹੈ। ਦੇਖੋ, ਇੱਕ ਤੇ ਇਹ ਕਿ ਮਨ ਦੀਆਂ ਅਵਸਥਾਵਾਂ ਨੂੰ 4 ਭਾਗਾਂ 'ਚ ਵੰਡਿਆ, 2 ਜਾਗਦੇ ਮਨ ਦੀਆਂ ਅਵਸਥਾਵਾਂ ਤੇ 2 ਸੁੱਤੇ ਹੋਏ ਮਨ ਦੀਆਂ ਅਵਸਥਾਵਾਂ। ਸੁੱਤੇ ਹੋਏ ਮਨ ਦੀਆਂ 2 ਅਵਸਥਾਵਾਂ, ਇੱਕ ਉਹ ਜਦੋਂ ਸੁੱਤਾ ਹੈ ਸੁਪਨੇ ਲੈ ਰਿਹਾ ਹੈ, ਦੂਸਰੀ ਉਹ ਜਦੋਂ ਸੁੱਤਾ ਹੈ ਪਰ ਸੁਪਨੇ ਨਹੀਂ ਲੈ ਰਿਹਾ। ਜਾਗਦੇ ਮਨ ਦੀਆਂ 2 ਅਵਸਥਾਵਾਂ, ਇੱਕ ਆਮ ਸਧਾਰਨ ਅਵਸਥਾ ਜਦੋਂ ਮਨੁੱਖ ਜਾਗਦਾ ਹੈ, ਮਾਇਆ ਦੇ ਪ੍ਰਭਾਵ ਅਧੀਨ ਹੈ, ਸੁੱਖ ਦੁੱਖ ਦੋਹਾਂ ਨੂੰ ਮਹਿਸੂਸ ਕਰਦਾ ਹੈ, ਆਨੰਦ ਨੂੰ ਮਹਿਸੂਸ ਕਰਦਾ ਹੈ, ਚਿੰਤਾ ਨੂੰ ਵੀ ਮਹਿਸੂਸ ਕਰਦਾ ਹੈ। ਤੇ ਜਾਗਦੇ ਮਨ ਦੀ ਇੱਕ ਅਵਸਥਾ ਉਹ ਹੈ ਜਿਹਨੂੰ ਤੁਰਿਆ ਅਵਸਥਾ ਜਾਂ ਸਹਿਜ ਅਵਸਥਾ ਆਖ ਦਿੰਦੇ ਹਾਂ। ਇਸ ਅਵਸਥਾ ਦੇ ਵਿੱਚ ਜਦ ਮਨੁੱਖ ਪਹੁੰਚ ਜਾਏ ਤਾਂ ਉਹਦੇ ਲਈ ਸੁੱਖ ਦੁੱਖ ਦਾ, ਆਨੰਦ ਤੇ ਪੀੜਾ ਦਾ ਅੰਤਰ ਮਿਟ ਜਾਂਦਾ ਹੈ। ਫਿਰ ਉਹ ਇੱਕ ਸਥਿਰ ਮਾਨਸਿਕ ਅਵਸਥਾ ਦੇ ਵਿੱਚ ਰਹਿੰਦਾ ਹੈ। ਨਾ ਤੇ ਉਹ ਹਾਂ ਪੱਖੀ ਅਵਸਥਾ 'ਚ ਹੈ, ਨਾ ਹੀ ਨਾ ਪੱਖੀ ਅਵਸਥਾ 'ਚ ਹੈ, ਉਹ ਦੋਹਾਂ ਦੇ ਵਿਚਾਲੇ ਹੈ, ਬਿਲਕੁਲ ਸਥਿਰਤਾ ਵਾਲੀ ਅਵਸਥਾ 'ਚ, ਬਿਲਕੁਲ ਅਡੋਲ। ਜੀਵਨ ਦੇ ਵਿੱਚ ਆਈ ਹੋਈ ਖੁਸ਼ੀ ਕਿਸੇ ਵੀ ਪ੍ਰਕਾਰ ਦੀ ਉਹਨੂੰ ਬਹੁਤ ਉੱਚਾ ਨਹੀਂ ਉਡਾਉਂਦੀ, ਤੇ ਜੀਵਨ ਦੇ ਵਿੱਚ ਆਇਆ ਹੋਇਆ ਕਿਸੇ ਵੀ ਪ੍ਰਕਾਰ ਦਾ ਦੁੱਖ ਉਹਨੂੰ ਡੁਲਾਉਂਦਾ ਨਹੀਂ। ਸੁਣਨ ਦੇ ਵਿੱਚ ਇੰਜ ਲੱਗ ਸਕਦਾ ਕਿ ਜੇ ਅਸੀਂ ਜੀਵਨ ਦੀਆਂ ਖੁਸ਼ੀਆਂ ਨੂੰ ਮਾਣਨ ਤੋਂ ਅਸਮਰੱਥ ਹੋ ਜਾਈਏ ਤੇ ਫਿਰ ਤੇ ਜੀਵਨ ਬੜਾ ਫਿੱਕਾ ਫਿੱਕਾ ਹੋ ਜਾਏਗਾ, ਪਰ ਅਜਿਹਾ ਨਹੀਂ ਹੈ। ਸਹਿਜ ਅਵਸਥਾ ਦੇ ਵਿੱਚ ਪਹੁੰਚਿਆ ਹੋਇਆ ਮਨੁੱਖ ਇਲਾਹੀ ਆਨੰਦ ਦੀ, ਸਥਾਈ ਆਨੰਦ ਦੀ ਅਵਸਥਾ 'ਚ ਰਹਿੰਦਾ ਹੈ। ਉਹ ਇੱਕ ਅਜਿਹਾ ਆਨੰਦ ਹੈ ਜਿਹਨੂੰ ਸ਼ਬਦਾਂ ਦੇ ਵਿੱਚ ਅਸੀਂ ਲੱਖ ਜ਼ੋਰ ਲਾ ਲਈਏ, ਪਰ ਸ਼ਬਦਾਂ ਦੇ ਵਿੱਚ ਉਸ ਆਨੰਦ ਨੂੰ, ਉਸ ਅਵਸਥਾ ਨੂੰ ਬਿਆਨ ਨਹੀਂ ਕਰ ਸਕਦੇ। ਸੋ ਜੇਕਰ ਅਸੀਂ ਅਸਲੀ ਸੁੱਖ ਨੂੰ ਅਨੁਭਵ ਕਰਨਾ ਹੈ ਤੇ ਪ੍ਰਮਾਤਮਾ ਸਾਡੇ ਤੇ ਮਿਹਰ ਕਰੇ ਕਿ ਅਸੀਂ ਤੁਰਿਆ ਅਵਸਥਾ ਦੇ ਵਿੱਚ ਪਹੁੰਚ ਸਕੀਏ। ਮਾਇਕ ਸੁੱਖ ਤੇ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਮਿਲਣ ਵਾਲੇ ਸੁੱਖ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਸ਼ਲੋਕ ਮਹਿਲਾ ਤੀਜਾ। ਸੋ ਜਪ ਸੋ ਤਪ, ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ, ਵਡਿਆਈ ਪਾਵੈ। ਨਾਨਕ ਆਪ ਛੋੜ ਗੁਰ ਮਾਹੇ ਸਮਾਵੈ। ਸਤਿਗੁਰੂ ਨੂੰ ਭਾ ਜਾਣਾ, ਚੰਗਾ ਲੱਗ ਜਾਣਾ, ਅਸਲ ਜਪ ਤੇ ਅਸਲ ਤਪ ਇਹੀ ਹੈ। ਮਨੁੱਖ ਸਤਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਹੀ ਆਦਰ ਮਾਣ ਹਾਸਲ ਕਰਦਾ ਹੈ। ਹੇ ਨਾਨਕ, ਆਪਾ ਭਾਵ ਤਿਆਗ ਕੇ ਹੀ ਮਨੁੱਖ ਸਤਿਗੁਰੂ ਦੇ ਵਿੱਚ ਲੀਨ ਹੁੰਦਾ ਹੈ। ਮਹਿਲਾ ਤੀਜਾ। ਗੁਰ ਕੀ ਸਿੱਖ ਕੋ ਵਿਰਲਾ ਲੇਵੈ, ਨਾਨਕ ਜਿਸ ਆਪ ਵਡਿਆਈ ਦੇਵੈ। ਕੋਈ ਵਿਰਲਾ ਬੰਦਾ ਹੀ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ, ਭਾਵ ਸਤਿਗੁਰੂ ਦੇ ਦੱਸੇ ਰਾਹ 'ਤੇ ਤੁਰਦਾ ਹੈ। ਹੇ ਨਾਨਕ, ਗੁਰ ਸਿੱਖਿਆ ਦੇ ਉੱਪਰ ਤੁਰਨ ਦੀ ਵਡਿਆਈ ਉਸੇ ਨੂੰ ਮਿਲਦੀ ਹੈ ਜਿਹਨੂੰ ਉਹ ਪ੍ਰਮਾਤਮਾ ਆਪ ਦਿੰਦਾ ਹੈ। ਅਸੀਂ ਧੱਕੇ ਨਾਲ ਇਹ ਵਡਿਆਈ ਹਾਸਲ ਨਹੀਂ ਕਰ ਸਕਦੇ, ਆਪਣੇ ਯਤਨਾਂ ਦੇ ਨਾਲ ਇਹ ਵਡਿਆਈ ਹਾਸਲ ਨਹੀਂ ਕਰ ਸਕਦੇ। ਜਦ ਪ੍ਰਮਾਤਮਾ ਦੀ ਸਾਡੇ 'ਤੇ ਮਿਹਰ ਹੋਏਗੀ, ਉਹੀ ਸਾਨੂੰ ਵਿਚਾਰਾਂ ਦੇਵੇਗਾ, ਉਹ ਪ੍ਰਮਾਤਮਾ ਸਾਨੂੰ ਸਹੀ ਰਸਤਾ ਦਿਖਾਵੇਗਾ ਵੀ, ਤੇ ਉਸ ਰਸਤੇ ਦੇ ਉੱਪਰ ਤੁਰਨ ਦੀ ਹਿੰਮਤ ਵੀ ਬਖਸ਼ੇਗਾ। ਪੌੜੀ। ਮਾਇਆ ਮੋਹ ਅਗਿਆਨ ਹੈ, ਬਿਖਮ ਅਤ ਭਾਰੀ। ਪੱਥਰ ਪਾਪ ਬਹੁ ਲੱਦਿਆ, ਕਿਉਂ ਤਰੀਐ ਤਾਰੀ। ਪ੍ਰਮਾਤਮਾ ਦੀ ਰਚੀ ਹੋਈ ਮਾਇਆ ਦਾ ਮੋਹ ਤੇ ਅਗਿਆਨ ਰੂਪ ਸਮੁੰਦਰ ਬੜਾ ਭਾਰਾ ਹੈ, ਔਖਾ ਹੈ। ਜੇ ਬੜਾ ਪਾਪਾਂ ਰੂਪ ਪੱਥਰਾਂ ਨਾਲ ਅਸੀਂ ਲੱਦੇ ਹੋਵੀਏ ਤੇ ਇਸ ਸਮੁੰਦਰ ਦੇ ਵਿੱਚੋਂ ਤਰ ਕੇ ਪਾਰ ਲੰਘਣਾ ਹੋਰ ਵੀ ਔਖਾ ਹੋ ਜਾਂਦਾ। ਹੁਣ ਇੱਕ ਤੇ ਮਾਇਆ ਦੇ ਮੋਹ ਦਾ ਇਹ ਸਮੁੰਦਰ ਉਂਝ ਹੀ ਔਖਾ ਹੈ, ਤੇ ਉੱਪਰੋਂ ਅਨੇਕਾਂ ਪਾਪਾਂ ਦਾ ਭਾਰ ਅਸੀਂ ਆਪਣੇ ਉੱਪਰ ਲੱਦ ਲੈਂਦੇ ਹਾਂ, ਤੇ ਉਹਨੂੰ ਤਰਨਾ ਹੋਰ ਵੀ ਜ਼ਿਆਦਾ ਔਖਾ ਹੋ ਜਾਂਦਾ ਹੈ। ਪਰ ਉਹਦੇ ਤੋਂ ਪਾਰ ਲੰਘਣ ਦਾ ਰਾਹ ਵੀ ਗੁਰੂ ਸਾਹਿਬ ਦੱਸਦੇ ਨੇ। ਅਨ ਦਿਨ ਭਗਤੀ ਰਤਿਆ, ਹਰ ਪਾਰ ਉਤਾਰੀ। ਉਹ ਪ੍ਰਮਾਤਮਾ ਉਹਨਾਂ ਮਨੁੱਖਾਂ ਨੂੰ ਪਾਰ ਲੰਘਾਉਂਦਾ ਹੈ ਜੋ ਹਰ ਰੋਜ਼, ਹਰ ਵੇਲੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਰੰਗੇ ਹੋਏ ਹਨ।
ਗੁਰ ਸ਼ਬਦੀ ਮਨ ਨਿਰਮਲਾ, ਹਉਮੈ ਛੱਡ ਵਿਕਾਰੀ। ਹਰ ਹਰ ਨਾਮ ਧਿਆਈਐ, ਹਰ ਹਰ ਨਿਸਤਾਰੀ। ਜਿਨ੍ਹਾਂ ਦਾ ਮਨ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਹਉਮੈ ਵਿਕਾਰ ਨੂੰ ਛੱਡ ਕੇ ਪਵਿੱਤਰ ਹੋ ਜਾਂਦਾ ਹੈ, ਜੋ ਪ੍ਰਭੂ ਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਪ੍ਰਭੂ ਹੀ ਇਸ ਮਾਇਆ ਮੋਹ ਰੂਪ ਸਮੁੰਦਰ ਤੋਂ ਉਹਨਾਂ ਨੂੰ ਪਾਰ ਲੰਘਾਉਂਦਾ ਹੈ। ਸ਼ਲੋਕ ਕਬੀਰ ਮੁਕਤ ਦੁਆਰਾ ਸੰਕੁੜਾ, ਰਾਈ ਦਸਮੈ ਪਾਏ। ਮਨ ਤਉ ਮੈਂਗਲ ਹੋਏ ਰਹਾ, ਨਿਕਸਿਆ ਕਿਉ ਕਰ ਜਾਏ। ਭਗਤ ਕਬੀਰ ਜੀ ਕਹਿੰਦੇ ਨੇ ਕਿ ਮਾਇਆ ਮੋਹ ਤੋਂ ਖਲਾਸੀ ਪਾਉਣ ਦਾ ਜਿਹੜਾ ਦਰਵਾਜ਼ਾ ਹੈ, ਮੁਕਤੀ ਦਾ ਜੋ ਦੁਆਰ ਹੈ, ਉਹ ਇੰਨਾ ਕੁ ਸੁੰਗੜਿਆ ਹੋਇਆ ਹੈ ਕਿ ਰਾਈ ਦੇ ਦਾਣੇ ਤੋਂ ਵੀ 10ਵਾਂ ਹਿੱਸਾ ਹੈ। ਪਰ ਸਾਡਾ ਮਨ ਹਉਮੈ ਦੇ ਨਾਲ ਮਸਤ ਹੋਇਆ ਹਾਥੀ ਬਣਿਆ ਪਿਆ ਹੈ, ਇਹਦੇ 'ਚੋਂ ਕਿਵੇਂ ਲੰਘਿਆ ਜਾ ਸਕਦਾ ਹੈ? ਜਿਹੜਾ ਮੁਕਤੀ ਦਾ ਦੁਆਰ ਰਾਈ ਦੇ ਦਾਣੇ ਦਾ ਵੀ 10ਵਾਂ ਹਿੱਸਾ ਹੋਵੇ, ਉਹਦੇ ਵਿੱਚੋਂ ਤੇ ਸੂਈ ਜਾਂ ਧਾਗਾ ਵੀ ਲੰਘਾਉਣਾ ਔਖਾ ਹੈ, ਤੇ ਸਾਡਾ ਮਨ ਤੇ ਹਉਮੈ ਦੇ ਤਹਿਤ ਹਾਥੀ ਬਣਿਆ ਹੈ। ਕਬੀਰ ਜੀ ਕਹਿੰਦੇ ਉਸ ਦੁਆਰ ਦੇ ਵਿੱਚੋਂ ਇਹ ਹਾਥੀ ਜਿੱਡਾ ਮਨ ਕਿਵੇਂ ਲੰਘੇ। ਐਸਾ ਸਤਿਗੁਰ ਜੇ ਮਿਲੈ, ਤੁਠਾ ਕਰੇ ਪਸਾਓ। ਮੁਕਤ ਦੁਆਰਾ ਮੋਕਲਾ, ਸਹਜੇ ਆਵੋ ਜਾਓ। ਕਹਿੰਦੇ ਜੇ ਕੋਈ ਅਜਿਹਾ ਗੁਰੂ ਮਿਲ ਜਾਏ ਜੋ ਪ੍ਰਸੰਨ ਹੋ ਕੇ ਸਾਡੇ ਉੱਤੇ ਕਿਰਪਾ ਕਰੇ, ਤੇ ਮੁਕਤੀ ਦਾ ਇਹ ਰਾਹ ਜਿਹੜਾ ਬੜਾ ਖੁੱਲ੍ਹਾ ਹੋ ਜਾਂਦਾ ਹੈ, ਉਹਦੇ 'ਚੋਂ ਸੌਖੇ ਹੀ ਆ ਜਾ ਸਕੀਦਾ ਹੈ। ਸਤਿਗੁਰੂ ਦੀ ਕਿਰਪਾ ਹੋਏ, ਪਰਮਾਤਮਾ ਦੀ ਕਿਰਪਾ ਹੋਏ, ਸਤਿਗੁਰੂ ਮਿਲ ਜਾਏ, ਤੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਹਾਥੀ ਬਣਿਆ ਹੋਇਆ ਉਹ ਮਨ ਸੁੰਗੜ ਜਾਂਦਾ ਹੈ, ਉਹਦੇ ਅੰਦਰੋਂ ਹਉਮੈ ਖਤਮ ਹੋ ਜਾਂਦੀ ਹੈ, ਉਹ ਮਨ ਦਾ ਸਾਈਜ਼ ਆਪਣਾ ਛੋਟਾ ਹੋ ਜਾਂਦਾ ਹੈ, ਤੇ ਮੁਕਤੀ ਦੇ ਦੁਆਰ ਦਾ ਸਾਈਜ਼ ਜੋ ਹੈ ਪਰਮਾਤਮਾ ਦੀ ਕਿਰਪਾ ਨਾਲ ਵੱਡਾ ਹੋ ਜਾਂਦਾ। ਅਸੀਂ ਪਾਰ ਲੰਘ ਪਾਉਂਦੇ ਹਾਂ। ਮਹਿਲਾ ਤੀਜਾ। ਨਾਨਕ ਮੁਕਤ ਦੁਆਰਾ ਅਤਨੀਕਾ, ਨਾਨਾ ਹੋਏ ਸੋ ਜਾਏ। ਹਉਮੈ ਮਨ ਅਸਥੂਲ ਹੈ, ਕਿਉ ਕਰ ਵਿੱਚ ਦੇ ਜਾਏ। ਪਿਛਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਜੀ ਨੇ ਜੋ ਗੱਲ ਕਹੀ, ਉਸੇ ਨੂੰ ਹੀ ਆਪਣੇ ਸ਼ਬਦਾਂ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਲਿਖਦੇ ਨੇ ਕਿ ਹੇ ਨਾਨਕ, ਮਾਇਆ ਦੇ ਮੋਹ ਤੋਂ ਬਚ ਕੇ ਲੰਘਣ ਦਾ ਰਸਤਾ ਬੜਾ ਨਿੱਕਾ ਜਿਹਾ ਹੈ। ਉਹਦੇ ਵਿੱਚੋਂ ਉਹੀ ਲੰਘ ਸਕਦਾ ਹੈ ਜੋ ਬਹੁਤ ਨਿੱਕਾ ਹੋ ਜਾਏ। ਜਿੰਨਾ ਚਿਰ ਮਨ ਹਉਮੈ ਦੇ ਨਾਲ ਮੋਟਾ ਹੋਇਆ ਹੈ, ਓਨਾ ਚਿਰ ਉਸ ਦਰਵਾਜ਼ੇ ਵਿੱਚੋਂ ਕਿਵੇਂ ਲੰਘਿਆ ਜਾ ਸਕਦਾ ਹੈ। ਸਤਿਗੁਰ ਮਿਲਿਆ ਹਉਮੈ ਗਈ, ਜੋਤ ਰਹੀ ਸਭ ਆਏ। ਇਹੋ ਜੀਉ ਸਦਾ ਮੁਕਤ ਹੈ, ਸਹਜੇ ਰਹਿਆ ਸਮਾਏ। ਜਦੋਂ ਗੁਰੂ ਮਿਲਿਆ, ਹਉਮੈ ਦੂਰ ਹੋ ਜਾਏ ਤਾਂ ਅੰਦਰ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਇਹ ਆਤਮਾ ਸਦਾ ਮਾਇਆ ਮੋਹ ਤੋਂ ਆਜ਼ਾਦ ਰਹਿੰਦਾ ਹੈ ਤੇ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 509ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਗੁਰਬਾਣੀ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਇਸ ਸ੍ਰਿਸ਼ਟੀ ਦੀ ਉਤਪੱਤੀ ਬਾਰੇ ਵੀ ਦੱਸਿਆ, ਉਸ ਉਤਪੱਤੀ ਤੋਂ ਪਹਿਲਾਂ ਕੀ ਸੀ ਉਹਦੇ ਬਾਰੇ ਵੀ ਦੱਸਿਆ ਕਿ ਕਿਵੇਂ ਪਰਮਾਤਮਾ ਨੇ ਆਪਣੇ ਆਪ ਨੂੰ ਆਪ ਹੀ ਤਿਆਰ ਕੀਤਾ, ਆਪਣਾ ਹੀ ਸਲਾਹ ਮਸ਼ਵਰਾ ਲਿਆ, ਸਾਨੂੰ ਪ੍ਰੇਰਿਤ ਕੀਤਾ ਕਿ ਅਸੀਂ ਉਸ ਪਰਮਾਤਮਾ ਦੀ ਭਗਤੀ ਕਰੀਏ, ਉਹਦਾ ਨਾਮ ਸਿਮਰੀਏ ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਜਨਮ ਮਰਨ ਦੇ ਚੱਕਰ ਦੇ ਵਿੱਚੋਂ ਬਾਹਰ ਹੈ। ਨਾ ਕਿ ਅਸੀਂ ਉਹਨਾਂ ਦੁਨਿਆਵੀ ਮਨੁੱਖਾਂ ਦੀ ਭਗਤੀ ਕਰੀਏ ਜੋ ਜਨਮ ਮਰਨ ਦੇ ਚੱਕਰ ਦੇ ਅਧੀਨ ਹਨ, ਜੋ ਅੱਜ ਹਨ, ਕੱਲ੍ਹ ਨੂੰ ਹੋਣ ਜਾਂ ਨਾ ਹੋਣ, ਕੁਝ ਕਿਹਾ ਨਹੀਂ ਜਾ ਸਕਦਾ। ਤੁਰਿਆ ਅਵਸਥਾ ਦੇ ਵਿੱਚ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਕਿਵੇਂ ਸਤਿਗੁਰੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਮਿਹਰ ਦੇ ਨਾਲ ਅਸੀਂ ਉਹ ਅਵਸਥਾ ਹਾਸਲ ਕਰ ਸਕਦੇ ਹਾਂ ਜੋ ਸੰਜੋਗ ਵਿਜੋਗ ਤੋਂ, ਸੁੱਖ ਦੁੱਖ ਤੋਂ, ਆਨੰਦ ਪੀੜਾ ਤੋਂ ਪਰੇ ਹੈ। ਅਖੀਰਲੇ 2 ਸ਼ਲੋਕਾਂ ਦੇ ਵਿੱਚ ਮੁਕਤੀ ਦੇ ਦੁਆਰ ਦੀ ਗੱਲ ਕੀਤੀ। ਪ੍ਰਮੁੱਖ ਭਾਵ ਇਹ ਬਣਿਆ ਕਿ ਜਦ ਤੱਕ ਅਸੀਂ ਹਉਮੈ ਦੇ ਅਧੀਨ ਹਾਂ, ਅਸੀਂ ਬੜੇ ਮੋਟੇ ਡਾਢੇ ਹਾਂ, ਪਰ ਮੁਕਤੀ ਦਾ ਦੁਆਰ ਬੜਾ ਛੋਟਾ ਹੈ, ਅਸੀਂ ਉਸ ਦੁਆਰ ਦੇ ਵਿੱਚੋਂ ਲੰਘ ਨਹੀਂ ਸਕਦੇ। ਪਰਮਾਤਮਾ ਦੀ ਮਿਹਰ ਹੋਵੇ ਤੇ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ। ਗੁਰੂ ਸਾਨੂੰ ਸਿੱਖਿਆਵਾਂ ਦਿੰਦਾ ਹੈ, ਪਰਮਾਤਮਾ ਸਾਨੂੰ ਸਮਰੱਥਾ ਬਖਸ਼ਦਾ ਹੈ ਉਹਨਾਂ ਸਿੱਖਿਆਵਾਂ ਨੂੰ ਸਮਝਣ ਦੀ, ਉਹਨਾਂ ਦੇ ਉੱਪਰ ਅਮਲ ਕਰਨ ਦੀ, ਉਹਨਾਂ ਸਿੱਖਿਆਵਾਂ ਦੇ
ਕਰਕੇ ਅਸੀਂ ਆਪਣੀ ਹਉਮੈ ਨੂੰ ਖਤਮ ਕਰ ਪਾਉਂਦੇ ਹਾਂ। ਹਉਮੈ ਖਤਮ ਹੁੰਦਿਆਂ ਹੀ ਅਸੀਂ ਸੁੰਗੜ ਜਾਂਦੇ ਹਾਂ, ਸਾਡਾ ਵਜੂਦ ਛੋਟਾ ਹੋ ਜਾਂਦਾ ਹੈ, ਅਸੀਂ ਉਸ ਮੁਕਤੀ ਦੇ ਦੁਆਰ ਦੇ ਵਿੱਚੋਂ ਲੰਘਣ ਦੇ ਯੋਗ ਹੋ ਜਾਂਦੇ ਹਾਂ। ਉਮੀਦ ਕਰਦੇ ਹਾਂ ਇਹ ਸਾਰੀਆਂ ਸਿੱਖਿਆਵਾਂ ਤੁਹਾਡੇ ਮਨਾਂ ਦੇ ਵਿੱਚ ਘਰ ਕਰ ਗਈਆਂ ਹੋਣਗੀਆਂ। ਪਰਮਾਤਮਾ ਕਿਰਪਾ ਕਰੇ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਬਣ ਜਾਵਣ ਗੁਰੂ ਦੀਆਂ ਇਹ ਸਿੱਖਿਆਵਾਂ। ਇਸੇ ਹੀ ਅਰਦਾਸ ਬੇਨਤੀ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।